हालेलुया, 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 हालेलुया। प्रभु यीशु मसीह के नाम में आप सबको जय मसीह की। परमेश्वर आप सबको ब्लेस करे। जितने भी आप परमेश्वर की हजूरी में आए हैं, परमेश्वर खुदा आपको छुए, तंदुरुस्ती बख्शे और आपके परिवारों को सलामत रखे और परमेश्वर आपको तरक्की बख्शे। आमीन, आमीन। ਜਦੋਂ ਇਦਾਂ ਦੀ ਆਸ਼ੀਸ਼ ਬੋਲੀ ਜਾਂਦੀ ਹੈ, ਆਮੀਨ ਬੋਲਿਆ ਕਰੋ ਤਾਂ ਜੋ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਵੇ। ਹਾਲੇਲੂਇਆ, 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 ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੇ ਦਾਸ ਦਾਸੀਆਂ ਦਾ ਬੋਲਿਆ ਕਦੇ ਵਿਅਰਥ ਨਹੀਂ ਜਾਂਦਾ। ਸਾਨੂੰ ਰਿਸੀਵ ਕਰਨ ਦੀ ਕੀ ਲੋੜ ਹੈ, ਹਨਾ? ਜਦੋਂ ਵੀ ਕੋਈ ਇਦਾਂ ਦੀ ਆਸ਼ੀਸ਼ ਜਾਂ ਕੋਈ ਆਸ਼ੀਰਵਾਦ ਬੋਲਦਾ, ਕੀ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਵੇ, ਕਿਉਂਕਿ ਕੋਈ ਆਸ਼ੀਸ਼ ਜਾਂ ਆਸ਼ੀਰਵਾਦ ਗਲਤ ਨਹੀਂ ਹੁੰਦਾ। ਸਾਡੀ ਜ਼ਿੰਦਗੀ ਦੇ ਵਿੱਚ ਬੀਜਿਆ ਜਾਂਦਾ ਉਹ ਇੱਕ ਕਿਸਮ ਦਾ, ਤੇ ਜਦੋਂ ਅਸੀਂ ਰਿਸੀਵ ਕਰਦੇ ਹਾਂ ਤਾਂ ਇੱਕ ਨਾ ਇੱਕ ਦਿਨ ਅਸੀਂ ਕੀ ਕਰਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਹੁੰਦਾ ਦੇਖਦੇ ਹਾਂ। ਹਾਲੇਲੂਇਆ, ਕਿਉਂਕਿ ਮੂੰਹ ਦੇ ਵਿੱਚ ਅਸੀਂ ਚੰਗਾ ਬੋਲਾਂਗੇ ਤਾਂ ਚੰਗਾ ਹੀ ਵੱਢਾਂਗੇ। ਕਹਿੰਦੇ ਜੋ ਬੀਜੋਗੇ ਉਹੀ ਵੱਢੋਗੇ। ਜੋ ਅਸੀਂ ਕਿਸੇ ਦਾ ਬੋਲਿਆ ਰਿਸੀਵ ਕਰਾਂਗੇ ਤਾਂ ਅਸੀਂ ਉਹੀ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਦੇਖਾਂਗੇ। ਜੀਭ ਹੈ ਨੂੰ ਜਿਸ ਤਰ੍ਹਾਂ ਮਰਜ਼ੀ ਚਲਾ ਲਓ, ਜੇ ਗਲਤ ਵਰਡ ਬੋਲਾਂਗੇ ਉਹ ਵੀ ਪੂਰਾ ਹੋਣਾ, ਜੋ ਅਸੀਂ ਚੰਗਾ ਬੋਲਾਂਗੇ ਤਾਂ ਉਹ ਵੀ ਪੂਰਾ ਹੋਣਾ। ਹਾਲੇਲੂਇਆ, ਹਾਲੇਲੂਇਆ। ਅੱਜ ਦਾ ਮੇਰਾ ਟੌਪਿਕ ਹੈ ਦਸਵੰਧ, ਬੀਜ, ਭੇਂਟ, ਦਸਵੰਧ। ਇਹ ਤਿੰਨ ਟੌਪਿਕ ਨੇ। ਤਿੰਨਾਂ ਦੇ ਵਿੱਚੋਂ ਮੈਂ ਇੱਕ ਦੇ ਉੱਤੇ ਬੋਲਾਂਗੀ। ਅਗਰ ਤਿੰਨਾਂ ਦੇ ਉੱਤੇ ਬੋਲਾਂਗੀ ਤਾਂ ਟੌਪਿਕ ਲੰਬਾ ਚਲਾ ਜਾਏਗਾ, ਟਾਈਮ ਜ਼ਿਆਦਾ ਹੋ ਜਾਏਗਾ। ਮੈਂ ਦਸਵੰਧ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਅੱਜ ਦਾ ਜਿਹੜਾ ਟੌਪਿਕ ਆ ਮੇਨ ਦਸਵੰਧ ਦੇ ਬਾਰੇ ਵੀ, ਸਾਨੂੰ ਜਿਹੜਾ ਦਸਵੰਧ ਆ ਉਹ ਕਿਸ ਤਰ੍ਹਾਂ ਦੇਣਾ ਚਾਹੀਦਾ, ਕਿੱਦਾਂ ਉਹਦੀ ਪਰਮੇਸ਼ਰ ਦੀ ਹਜ਼ੂਰੀ 'ਚ ਲੈ ਕੇ ਆਉਣਾ ਚਾਹੀਦਾ, ਕਿਵੇਂ ਦਾ ਦਸਵੰਧ ਉਹਦੀ ਹਜ਼ੂਰੀ 'ਚ ਲੈ ਕੇ ਆਉਣਾ ਚਾਹੀਦਾ। ਹਾਲੇਲੂਇਆ। ਆਈ ਅਸੀਂ ਮਲਾਕੀ ਦੀ ਪੁਸਤਕ, ਪੁਰਾਣੇ ਨੇਮ ਦੇ ਵਿੱਚ ਮਲਾਕੀ ਲਾਸਟ ਅਧਿਆਏ, ਲਾਸਟ ਪੁਸਤਕ ਹੈ, ਉਹਦਾ ਤੀਸਰਾ ਅਧਿਆਏ वर्स 6 तो स्टार्ट करें। हालेलुया। क्योंकि मैं यहोवा बदलता नहीं, इसी कारण हे याकूब की संतान तुम नष्ट नहीं हुए। आगे बढ़ने। हालेलुया, हालेलुया। क्योंकि मैं यहोवा बदलता नहीं, इसी कारण हे याकूब की संतान तुम नष्ट नहीं हुए। परमेश्वर बदलन वाला है। वचन च किते लिखा कि यहोवा बदलदा है। बहुत जगह ਦੇ ਉੱਤੇ ਲਿਖਿਆ ਕਿ ਯਹੋਵਾ ਕਦੇ ਨਾ ਟਲਣ ਵਾਲਾ, ਨਾ ਬਦਲਣ ਵਾਲਾ, ਨਾ ਕਦੇ ਸੌਣ ਵਾਲਾ ਤੇ ਨਾ ਉਂਗਣ ਵਾਲਾ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਇਨਸਾਨ ਛੱਡ ਸਕਦਾ ਪਰ ਪਰਮੇਸ਼ਰ ਦਾ ਵਾਅਦਾ ਆਇਆ, ਕਹਿੰਦਾ ਨਾ ਮੈਂ ਤੁਹਾਨੂੰ ਛੱਡਾਂਗਾ ਤੇ ਨਾ ਕਦੇ। ਪਰਮੇਸ਼ਰ ਕਦੇ ਬਦਲਦਾ ਨਹੀਂ, ਉਹ ਹਮੇਸ਼ਾ ਸਾਡੇ ਨਾਲ ਹੈ। ਇਨਸਾਨ ਬਦਲ ਜਾਂਦਾ, ਪੈਰ ਪੈਰ ਤੇ ਬਦਲ ਜਾਂਦਾ ਹੈ, पर परमेश्वर कदे ना बदलन वाला परमेश्वर है। हालेलुया। अगले 7 तारीख पढ़ो। हाँ जी। अपने पुरखाओं के दिनों से तुम लोग मेरी विधियों से हटते आए हो और उनका पालन नहीं करते। तुम मेरी ओर फिरो तब मैं भी तुम्हारी ओर फिरूंगा, सेनाओं के यहोवा का यही वचन है। परंतु तुम पूछते हो कि हम किस बात में फिरें। हालेलुया, हालेलुया। ਇੱਥੇ 6 ਆਇਤ ਦੀ ਦੂਸਰੀ ਲਾਈਨ ਲਿਖੀ, ਕਹਿੰਦੇ ਹੈ ਯਾਕੂਬ ਕੀ ਸੰਤਾਨ। ਅਸੀਂ ਕਿਹਦੇ ਸੰਤਾਨ ਆ? ਆਪਾਂ ਕਹਿੰਦੇ ਆ ਨਾ ਕਿ ਅਬਰਾਹਮ, ਇਸਹਾਕ, ਯਾਕੂਬ ਕੇ ਪਰਮੇਸ਼ਵਰ, ਅਸੀਂ ਵੀ ਉਹਦੇ ਕੀ ਆ? ਬੇਟੇ ਬੇਟੀਆਂ ਪਰਮੇਸ਼ਵਰ ਦੇ। ਅਸੀਂ ਵੀ ਅਬਰਾਹਮ ਦੀ ਸੰਤਾਨ ਚੋਂ ਹੀ ਆ। ਅਬਰਾਹਮ, ਇਸਹਾਕ, ਯਾਕੂਬ ਦੀ ਸੰਤਾਨ। ਅਸੀਂ ਵੀ ਯਾਕੂਬ ਦੀ ਸੰਤਾਨ ਆ। ਸਾਨੂੰ ਕਿਹਾ ਗਿਆ ਹੈ ਯਾਕੂਬ ਦੀ ਸੰਤਾਨ ਤੁਮ ਨਸ਼ਟ ਨਹੀਂ ਹੋਏ। ਕਿਉਂਕਿ ਪਰਮੇਸ਼ਵਰ ਕਦੇ ਬਦਲਣ ਵਾਲਾ ਨਹੀਂ ਹੈ, ਉਹ ਸਾਡੇ ਨਾਲ ਹੈ, ਉਹ ਸਾਨੂੰ ਨਸ਼ਟ ਨਹੀਂ ਹੋਣ ਦਿੰਦਾ। ਸ਼ੈਤਾਨ ਕੀ ਕਰਨ ਆਉਂਦਾ ਹੈ? ਚੋਰੀ ਕਰਨ ਤੇ ਨਾਸ਼ ਕਰਨ ਆਉਂਦਾ ਹੈ, ਪਰ ਪਰਮੇਸ਼ਵਰ ਸਾਨੂੰ ਕੀ ਕਰਨ ਲਈ ਆਇਆ? ਬਚਾਉਣ ਲਈ ਆਇਆ। ਹਾਲੇਲੂਇਆ। ਪਰਮੇਸ਼ਵਰ ਦੱਸਦਾ, ਵਚਨ ਦੱਸਦਾ, ਕਹਿੰਦੇ ਹੈ याकूब की संतान तुम नष्ट नहीं हुए। अपने पुरखाओं के दिनों में तुम लोग मेरी विधियों से हटते आए हो। पुरखाओं ਦੇ ਬਾਪ ਦਾਦਿਆਂ ਤੋਂ ਕਹਿੰਦੇ ਮੇਰੀ ਵਿਧੀਆਂ ਤੋਂ ਤੁਸੀਂ ਕੀ ਕਰਦੇ ਆਏ ਹੋ? ਹਟਦੇ ਆਏ ਹੋ। ਪਹਿਲੀ ਕਲੀਸਿਆ ਦੇ ਵਿੱਚ ਤੇ ਜੇ ਅੱਜ ਦੀ ਕਲੀਸਿਆ ਦੇ ਵਿੱਚ ਫਰਕ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਫਰਕ ਆ। ਪਹਿਲੀ ਕਲੀਸਿਆ ਸੀ ਜਿਹੜੀ ਨਾ ਬਹੁਤ ਦਿਨ ਰਾਤ ਪਰਮੇਸ਼ਵਰ ਦੇ ਅੱਗੇ ਮਨ ਲਗਾ ਕੇ ਆਤਮਾ ਸਚਾਈ ਦੇ ਨਾਲ ਦੁਆਵਾਂ ਕਰਦੇ ਸੀ, ਵਚਨ ਦੇ ਵਿੱਚ ਪੂਰਾ ਧਿਆਨ। ਅੱਜ ਦੀ ਕਲੀਸਿਆ ਹੈ ਜਿਹੜੀ, ਅੱਜ ਦੇ ਲੋਕ ਨੇ ਜਿਹੜੇ ਦੁਨਿਆਵੀ ਕੰਮਾਂ ਦੇ ਵਿੱਚ, ਦੁਨਿਆਵੀ ਗੱਲਾਂ ਦੇ ਵਿੱਚ ਜ਼ਿਆਦਾ ਧਿਆਨ ਰੱਖਦੇ ਆ। ਇੱਕ ਖੁਸ਼ੀ ਮਿਲ ਜਾਵੇ ਪ੍ਰਭੂ ਨੂੰ ਭੁੱਲ ਜਾਂਦੇ ਆ ਕਿ ਇਹ ਖੁਸ਼ੀ ਕਿਹਦੇ ਵੱਲੋਂ ਮਿਲੀ ਆ।
ਜਦੋਂ ਫਿਰ ਦੁੱਖ ਆਉਂਦਾ ਫਿਰ ਪ੍ਰਭੂ ਨੂੰ ਚੇਤੇ ਕਰਦੇ, ਉਦੋਂ ਵੀ ਕਈਆਂ ਦਾ ਮਨ ਕਰਦਾ ਹੀ ਨਹੀਂ ਕਿ ਪ੍ਰਾਰਥਨਾ ਵੀ ਕਰਨੀ ਹੈ। ਪੁਰਖਾਂ ਦਾ ਮਤਲਬ ਹੁੰਦਾ ਬਾਪ ਦਾਦਾ ਨਾਲ ਪੁਰਾਣੀ ਪੀੜ੍ਹੀ ਦਾ, ਜਿਹੜੀ ਦੱਸਿਆ ਕਿ ਆਪਣੇ ਪੁਰਖਾਂ ਦੇ ਦਿਨੋਂ में तुम लोग मेरी विधियों से हटते आए हो। परमेश्वर ਦੱਸਦਾ ਕਹਿੰਦਾ ਉਹਦੀਆਂ ਆਗਿਆਵਾਂ ਦਾ ਜਿਹੜਾ ਅਸੀਂ ਪਾਲਣ ਨਹੀਂ ਕਰਦੇ, ਉਹਦੀਆਂ ਗੱਲਾਂ ਨੂੰ, ਉਹਦੇ ਵਚਨਾਂ ਨੂੰ ਅਸੀਂ ਇਗਨੋਰ ਕਰਦੇ हैं और उनका पालन नहीं करते। तुम मेरी ओर फिरो। परमेश्वर ਦਾ ਵਚਨ ਦਾਦਾ ਕਹਿੰਦਾ ਤੂੰ ਮੇਰੀ ओर फिरो। ਵਚਨ ਦਾਦਾ ਕਹਿੰਦਾ ਜੇ ਤੂੰ 10 ਕਦਮ ਆਵੇਂਗਾ, ਜੇ ਤੂੰ ਕਹਿੰਦਾ ਮੇਰੇ ਕੋਲ 1 ਕਦਮ ਆਵੇਂਗਾ ਤਾਂ ਮੈਂ 10 ਕਦਮ ਤੇਰੇ ਕੋਲ ਆਵਾਂਗਾ। ਅਸੀਂ ਪਰਮੇਸ਼ਰ ਦੇ ਕੋਲ ਆਉਣਾ ਹੀ ਪਸੰਦ ਨਹੀਂ ਕਰਦੇ ਆ। ਕਈ ਵਾਰ ਕੋਈ ਕੰਮ ਨਿਕਲ ਜਾਂਦਾ, ਕਦੇ ਕੋਈ ਮਜਬੂਰੀ ਆ ਜਾਂਦੀ, ਕਈ ਕੋਈ ਜੋ ਵੀ ਕੰਮ ਹੈ, ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ, ਉਹਦਾ ਹੱਲ ਇੱਕੋ ਹੀ ਆ, ਪਰਮੇਸ਼ਰ। ਹਾਲੇਲੂਇਆ। ਇਸ ਲਈ ਪਰਮੇਸ਼ਰ ਨੂੰ ਪਹਿਲ ਦੇਣੀ ਪੈਣੀ ਆ, ਕਿਉਂਕਿ ਪਰਮੇਸ਼ਰ ਹੀ ਆ ਸਾਰੇ ਕੰਮਾਂ ਦਾ ਜਿਹੜਾ ਸਾਡਾ ਰਾਸਤਾ ਖੋਲਣ ਵਾਲਾ। ਹਾਲੇਲੂਇਆ। उनका पालन नहीं करते तुम मेरी ओर फिरो तब मैं भी तुम्हारी ओर फिरूंगा। वचन दासा कहते जे तुसी मेरी ओर फिरोगे मैं तुहाडी ओर फिरांगा। जे असीं ओहदे वाल 1 कदम आवांगे तो परमेश्वर साडे वाल 10 कदम आवेगा। हालेलुया। जिसे नाम का यहोवा का यही वचन है, परंतु तुम पूछते हो हम किस बात में फिरें। परमेश्वर ਦਾ ਵਚਨ ਹੈ ਸਾਡੇ ਕੋਲੇ, ਸਾਨੂੰ ਕਿੰਨਾ ਕੁਝ ਪਰਮੇਸ਼ਰ ਦੱਸਦਾ ਹੈ, ਅਸੀਂ ਫਿਰ ਵੀ ਸੋਚਦੇ ਹਾਂ ਅਸੀਂ ਕੀ ਕਰੀਏ। ਪਰਮੇਸ਼ਰ ਦਾ ਵਚਨ ਦੱਸਦਾ ਹੈ, ਕਹਿੰਦੇ ਤੁਸੀਂ ਮੇਰੇ ਕੋਲ ਆਓ। ਅਸੀਂ ਫਿਰ ਵੀ ਪੁੱਛਦੇ ਹਾਂ ਅਸੀਂ ਕੀ ਕਰੀਏ, ਕਿਹੜੀ ਗੱਲ ਦੇ ਵਿੱਚ ਫਿਰੀਏ, ਕਿਹੜੇ ਕੰਮਾਂ ਤੋਂ ਅਸੀਂ, ਪਰਮੇਸ਼ਰ ਕਿਹੜੇ ਕੰਮ ਸਾਨੂੰ ਛੱਡਣ ਨੂੰ ਕਹਿ ਰਿਹਾ। ਪਰਮੇਸ਼ਰ ਦੇ ਕੋਲ ਆਉਣਾ ਤਾਂ ਬੁਰਾਈ ਨੂੰ ਛੱਡਣਾ ਪੈਣਾ ਹੈ। ਕਈ ਲੋਕ ਪ੍ਰਭੂ ਦੇ ਵਿੱਚ ਆ ਕੇ ਵੀ, ਪ੍ਰਭੂ ਨੂੰ ਗ੍ਰਹਿਣ ਕਰਕੇ ਵੀ बुराई ਨੂੰ ਛੱਡਣਾ ਪਸੰਦ ਨਹੀਂ ਕਰਦੇ। ਕਿਤੇ ਨਾ ਕਿਤੇ ਕੋਈ ਨਾ ਕੋਈ ਚਲਾਕੀ ਕਰ ਹੀ ਜਾਂਦੇ ਆ, ਪਰ ਪਰਮੇਸ਼ਰ ਦੇਖਦਾ ਆ। ਇਨਸਾਨ ਚਾਹੇ ਆਪਾਂ ਸੋਚਦੇ ਆ, ਚਾਹੇ ਗੁਪਤ ਦੇ ਵਿੱਚ ਵੀ ਅਸੀਂ ਕੁਝ ਵੀ ਕਰ ਲਈਏ, ਗਲਤ ਕੰਮ ਕਰ ਲਈਏ, ਬੁਰਾਈਆਂ ਕਰ ਲਈਏ, ਚੋਰੀ ਝੂਠ, ਹਰ ਕੰਮ ਦੇ ਵਿੱਚ ਬੋਲਿਆ ਜਾਂਦਾ। ਮੈਂ ਨਹੀਂ ਕਹਿੰਦੀ ਇਨਸਾਨ ਤੋਂ ਗਲਤੀ ਹੁੰਦੀ ਆ, ਪਰ ਕਹਿੰਦੇ ਜੇ ਜਾਣ ਬੁੱਝ ਕੇ ਗਲਤੀ ਕਰਦੇ ਉਹਦੀ ਕੋਈ ਮਾਫੀ ਨਹੀਂ ਆ। ਜੇ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਜਾਂਦੀ ਆ ਤਾਂ ਉਹਦੀ ਮਾਫੀ ਹੈਗੀ ਆ, ਜੇ ਆਪਾਂ ਮਾਫੀ ਦਿਲ ਤੋਂ ਮੰਗੀਏ। ਹਾਲੇਲੂਇਆ। ਕਈ ਕਹਿੰਦੇ ਕੋਈ ਗੱਲ ਨਹੀਂ, ਹੋਗੀ ਗਲਤੀ, ਦੁਨੀਆ ਹੀ ਕਰਦੀ ਆ, ਸਾਰੇ ਕਰਦੇ ਆ, ਹੋਗੀ ਫੇਰ ਕੀ ਹੋ ਗਿਆ। ਪਰ ਸਾਨੂੰ ਪਰਮੇਸ਼ਰ ਇੱਕ ਦਿਨ ਨਿਆਂ ਦਾ ਦਿਨ ਵੀ ਆਉਣਾ ਆ। ਪਰਮੇਸ਼ਰ ਸਾਨੂੰ ਦੇਖਦਾ ਆ, ਹਰ ਗੱਲ ਦਾ ਕਹਿੰਦਾ ਨਿਆਂ ਹੋਣਾ ਬਾਕੀ ਆ। ਜਦੋਂ ਨਿਆਂ ਦਾ ਦਿਨ ਆਉਣਾ ਫਿਰ ਪਰਮੇਸ਼ਰ ਨੇ ਕੱਲੀ ਕੱਲੀ ਗੱਲ ਦਾ ਨਿਆਂ ਕਰਨਾ ਹੈ। ਉੱਥੇ ਕਿਸੇ ਨੇ ਸਾਥ ਨਹੀਂ ਦੇਣਾ ਜਾਂ ਕੋਈ ਕਿਸੇ ਨੂੰ ਬਚਾਉਣ ਨਹੀਂ ਲੱਗਿਆ। ਹਰੇਕ ਦਾ ਆਪਣਾ ਆਪਣਾ ਲੇਖਾ ਹੋਣਾ, ਹਰੇਕ ਨੇ ਆਪਣੀ ਆਪਣੀ ਜ਼ਿੰਦਗੀ ਦਾ ਹਰ ਇੱਕ ਗੱਲ ਦਾ ਲੇਖਾ ਹੋਣਾ। ਤੁਹਾਡੇ ਹੱਥ ਵਿੱਚ ਆ ਤੁਸੀਂ ਕਿੱਦਾਂ ਆਪਣੀ ਜ਼ਿੰਦਗੀ ਜਿਉਣੀ ਆ, ਤੁਸੀਂ ਕਿੱਦਾਂ ਆਪਣੇ ਪ੍ਰਭੂ ਦੇ ਨਾਲ ਵਫਾਦਾਰ ਰਹਿਣਾ ਆ ਜਾਂ ਨਹੀਂ ਰਹਿਣਾ ਆ, ਤੁਹਾਡੇ ਹੱਥ ਵਿੱਚ ਆ। ਹੁਣ ਇਹ ਮੌਕਾ ਆ, ਤੁਹਾਨੂੰ ਸਿਖਾਇਆ ਜਾ ਰਿਹਾ ਆ। ਪ੍ਰਭੂ ਦੇ ਦਾਸ ਕਦੋਂ ਤੋਂ ਸੇਵਕਾਈ ਨੂੰ ਕਰ ਰਹੇ ਨੇ, ਕਦੋਂ ਤੋਂ ਤੁਹਾਨੂੰ ਸਿਖਾ ਰਹੇ ਨੇ, ਇਹ ਤੁਹਾਡੇ ਹੱਥ ਵਿੱਚ ਆ। ਤੁਸੀਂ ਉਹਨੂੰ ਫੋਲੋ ਕਰਨਾ ਜਾਂ ਨਹੀਂ ਕਰਨਾ, ਕਿਉਂਕਿ ਪਰਮੇਸ਼ਰ ਨੇ ਤਾਂ ਇਹ ਸਾਰੀਆਂ ਗੱਲਾਂ ਦਾ ਜਿਹੜਾ ਨਿਆਂ ਹੋਣਾ, ਪਰਮੇਸ਼ਰ ਦਾ ਵਚਨ ਦੇ ਵਿੱਚ ਲਿਖਿਆ ਹੋਇਆ, ਇਹ ਹੋਣਾ ਹੀ ਹੋਣਾ ਹੈ। ਕਹਿੰਦੇ ਇਹ ਅੱਜ ਹੋਵੇ ਜਾਂ ਕੱਲ ਹੋਵੇ, ਇੱਕ ਦਿਨ ਇਹਦਾ ਟਾਈਮ ਆਉਣਾ ਹੀ ਆਉਣਾ ਹੈ। ਆਪਾਂ ਹੁਣ ਦੇ ਦਿਨ ਨੂੰ, ਹੁਣ ਦੇ ਟਾਈਮ ਨੂੰ ਇੰਜੋਏ ਕਰ ਰਹੇ ਆ, ਮਸਤੀ ਵਿੱਚ ਆ, ਸਭ ਕੁਝ ਹੋਈ ਜਾ ਰਿਹਾ, ਪਰ ਪਰਮੇਸ਼ਰ ਨੂੰ ਜਿਹੜਾ ਆ ਚੇਤੇ ਨਹੀਂ ਰੱਖਦੇ। ਆਪਾਂ ਪਿੱਛੇ ਰੱਖਦੇ ਆ, ਪਰ ਬਾਕੀ ਸਾਰੇ ਕੰਮਾਂ ਨੂੰ ਅੱਗੇ ਰੱਖਦੇ ਆ। ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਪਰਮੇਸ਼ਰ ਨੂੰ ਪਹਿਲ ਦਿਓ, ਪਰਮੇਸ਼ਰ ਨੂੰ ਚੇਤੇ ਰੱਖੋ। ਪਰਮੇਸ਼ਰ ਕੀ ਚਾਹੁੰਦਾ ਆ? ਦੁਨੀਆ ਦੇ ਕੰਮ ਭੁੱਲ ਜੋ, ਸਾਰੇ ਹੋ ਜਾਣੇ ਆ, ਸਾਰੀਆਂ ਗੱਲਾਂ, ਸਾਰੀਆਂ ਆਸ਼ੀਸ਼ਾਂ ਜਿਹੜੀਆਂ ਸਾਡੇ ਪਿੱਛੇ ਪੈ ਕੇ ਮਿਲਣੀਆਂ ਆਪੇ। ਤੁਸੀਂ ਪਰਮੇਸ਼ਰ ਦੀ, ਉਹਦੀ ਸੱਚਾਈ ਨੂੰ ਜਾਣੋ, ਉਹਦੇ ਮੰਨੋ ਕਿ ਉਹ ਚਾਹੁੰਦਾ ਕੀ ਆ, ਪਰਮੇਸ਼ਰ ਕੀ ਚਾਹੁੰਦਾ ਹੈ। हालेलुया। यदि 8 में पढ़ेंगे। हालेलुया। क्या मनुष्य परमेश्वर को धोखा दे सकता है? पर देखो, तुम मुझको धोखा देते हो और तो भी पूछते हो कि हमने किस बात में तुझे लूटा है, दशमांश और उठाने की भेंटों में। हालेलुया। हालेलुया। वचन दासा कहते क्या मनुष्य परमेश्वर को धोखा दे सकता है? परमेश्वर ਨੂੰ ਕੋਈ ਠੱਗ ਸਕਦਾ? ਪਰਮੇਸ਼ਰ ਨੂੰ ਕੋਈ ਧੋਖਾ ਦੇ ਸਕਦਾ? ਇੱਥੇ ਘਰ ਦੇ ਵਿੱਚ ਆਪਣੇ ਆਪਣਿਆਂ ਨੂੰ, ਮਾਂ ਬਾਪ ਨੂੰ, ਬੱਚਿਆਂ ਨੂੰ, ਇੱਕ ਦੂਜੇ ਨੂੰ, ਭੈਣ ਭਰਾਵਾਂ ਨੂੰ ਇੱਥੇ ਧੋਖਾ ਦੇਈ ਜਾਂਦੇ ਆ, ਠੱਗੀ ਜਾਂਦੇ ਆ। ਇਹੀ ਕੁਝ ਚੱਲ ਰਿਹਾ ਅੱਜ ਦੇ ਘਰਾਂ ਦੇ ਵਿੱਚ। ਬਾਹਰ ਤਾਂ ਦੇਖਣ ਨੂੰ ਮਿਲਣਾ, ਘਰਾਂ ਦੇ ਵਿੱਚ ਵੀ ਇਹੀ ਕੁਝ ਦੇਖਣ ਨੂੰ ਮਿਲ ਰਿਹਾ। ਬੱਚੇ ਮਾਂ ਬਾਪ ਨੂੰ ਕੀ ਪਰਮੇਸ਼ਰ ਨੂੰ ਕੋਈ ਠੱਗ ਸਕਦਾ? ਉਹਨੂੰ ਕੋਈ ਧੋਖਾ ਦੇ ਸਕਦਾ? ਜੇ ਦਵਾਂਗੇ ਵੀ ਤਾਂ ਪਰਮੇਸ਼ਰ ਦੇਖ ਰਿਹਾ, ਉਹ ਅਸਮਾਨ ਦੇ ਵਿੱਚ ਹੈ, ਸਵਰਗ ਦੇ ਵਿੱਚ ਹੈ, ਉਹ ਸਵਰਗਾਂ ਦਾ ਮਾਲਿਕ ਹੈ। ਉਹਨੇ ਸਾਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ, ਉਹਨੇ ਸਾਰੀ ਚੀਜ਼ਾਂ ਦੀ ਰਚਨਾ ਕੀਤੀ ਆ।
ਇਹ ਹੋ ਹੀ ਨਹੀਂ ਸਕਦਾ ਕਿ ਪਰਮੇਸ਼ਰ ਸਾਨੂੰ ਕਿਸੇ ਚੀਜ਼ ਦੇ ਵਿੱਚ ਜਾਂ ਕਿਸੇ ਗਲਤੀ ਦੇ ਵਿੱਚ ਸਾਨੂੰ ਨਾ ਦੇਖਿਆ ਹੋਵੇ। ਉਹਦੀਆਂ ਅੱਖਾਂ ਕਿੱਥੇ ਲੱਗੀਆਂ ਹੋਈਆਂ ਨੇ? ਜ਼ਮੀਨ ਦੇ ਉੱਤੇ, ਹਰੇਕ ਇਨਸਾਨ ਦੇ ਉੱਤੇ ਲੱਗੀਆਂ ਹੋਈਆਂ ਨੇ। ਕਹਿੰਦੇ ਪਰ ਦੇਖੋ ਤੁਮ ਮੁਝ ਕੋ ਧੋਖਾ ਦੇਤੇ ਹੋ। ਪਰਮੇਸ਼ਰ ਨੂੰ ਪਤਾ ਹੈ ਕਿ ਅਸੀਂ ਪਰਮੇਸ਼ਰ ਨੂੰ ਧੋਖਾ ਦਿੰਨੇ ਆ, ਪਰ ਕਿਹੜੀ ਗੱਲ ਦੇ ਵਿੱਚ? तो भी पूछते हो हमने किस बात में तुझे लूटा है। ਅਸੀਂ ਫੇਰ ਵੀ ਪੁੱਛਦੇ ਹਾਂ ਕਿ ਅਸੀਂ ਤਾਂ ਪਰਮੇਸ਼ਰ ਦੇ ਨਾਲ ਬਹੁਤ ਵਧੀਆ ਚੱਲ ਰਹੇ ਹਾਂ, ਅਸੀਂ ਵਫਾਦਾਰ ਚੱਲ ਰਹੇ ਹਾਂ, ਅਸੀਂ ਵਧੀਆ ਦਸਵੰਧ ਵੀ ਦਿੰਨੇ ਆ, ਵਧੀਆ ਅਸੀਂ ਇਮਾਨਦਾਰੀ ਨਾਲ ਪਰਮੇਸ਼ਰ ਦੇ ਨਾਲ ਚੱਲਦੇ, ਉਹਦੀਆਂ ਆਗਿਆਵਾਂ ਨੂੰ ਵੀ ਮੰਨਦੇ ਹਾਂ, ਸਭ ਕੁਝ ਕਰਦੇ ਹਾਂ। ਪਰ ਇੱਕ ਵਾਰੀ ਆਪਣੇ ਆਪ ਨੂੰ ਜਾਂਚ ਕੇ ਦੇਖੋ, ਅੰਦਰ ਝਾਤੀ ਮਾਰ ਕੇ ਦੇਖੋ ਕਿ ਅਸੀਂ ਸਹੀ ਹਾਂ, ਸਹੀ ਚੱਲ ਰਹੇ ਹਾਂ ਪਰਮੇਸ਼ਰ ਦੇ ਨਾਲ। ਜਦ ਇਨਸਾਨ ਨਾਲ ਨਹੀਂ ਅਸੀਂ ਸਹੀ ਚੱਲ ਰਹੇ, ਪਰਮੇਸ਼ਰ ਨਾਲ ਕਿੱਥੋਂ ਅਸੀਂ ਸਹੀ ਚੱਲ ਜਾਵਾਂਗੇ? ਪਰ ਮੇਨ ਗੱਲ ਹੈ ਜਿਹੜੇ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਮੰਨਣਾ। ਇਹ ਜਿਹੜੇ ਚਰਚ ਦੀ ਸਫਾਈ ਜਾਂ ਕੁਝ ਵੀ ਕੰਮ ਨੇ, ਜਿਹੜੇ ਦੁਨਿਆਵੀ ਕੰਮ ਨੇ, ਇਹ ਤਾਂ ਹੋ ਜਾਣੇ ਆ, ਪਰ ਜਿਹੜੀ ਮੇਨ ਗੱਲ ਪਰਮੇਸ਼ਰ ਵਚਨ ਦੱਸਦਾ, ਕਹਿੰਦਾ ਧੰਨ ਨੇ ਉਹ ਜਿਹੜੇ ਵਚਨ ਨੂੰ ਸੁਣਦੇ ਤੇ ਉਹਦੇ ਤੇ ਚੱਲਦੇ ਨੇ, ਉਹਨੂੰ ਮੰਨਦੇ ਨੇ। ਮੇਨ ਗੱਲ ਹੈ ਉਹਦੇ ਵਚਨ ਨੂੰ ਮੰਨਣਾ, ਉਹਦੇ ਆਗਿਆਵਾਂ ਨੂੰ ਮੰਨਣਾ, ਕਿਉਂਕਿ ਇਹੀ ਵਚਨ ਸਾਡੇ ਨਾਲ ਜਾਣਾ ਹੈ। ਇੱਕ ਦੁਨਿਆਵੀ ਕੰਮ ਇੱਥੇ ਹੀ ਰਹਿ ਜਾਣੇ ਆ। हमने किस बात में तुझे लूटा है? दशमांश और उठाने की भेंटों में। वचन दसदा कहते दशमांश और उठाने की भेंटों में। दसवंध किवें दिन्ने आप? कई तो ऐदा ही कड्डी जाते हैं कि दसवंध आ महीने बाद, हफ्ते बाद, 10 दिन बाद, जिन्ना दिल किया उन्ना कटता। जिन्ना परमेश्वर का बनता उन्ना उन्होंने परमेश्वर को देना चाहिए। वचन दसदा कहते मैं तेरे खाण वाले नूं की करूँगा? झिड़कूंगा। जब परमेश्वर सानू इन्नी खुल देती है कि परमेश्वर कहता मैं तुहाडे खाण वाले नूं झिड़कूंगा, तो परमेश्वर दा जिहड़ा हिस्सा पांदा असीं उहनूं क्यों रखीए? जे असीं रखांगे तो वो दूसरे तरीके नाल निकलेगा। हालेलुया। किवें निकलेगा तुसीं सारे जानदे हो, क्योंकि परमेश्वर अपना हिस्सा, अपनी महिमा, अपनी आराधना लेना जानदा है। चाहे वो धक्के नाल होवे, चाहे प्यार नाल, चाहे कहंदा जे आपां अपनी ईमानदारी नाल, अपनी मर्जी दे नाल परमेश्वर दे विच वफादार रवांगे, सानू सारियां गल्लां पता आ भी परमेश्वर चाहुंदा की आ। किन्नी वारी दसवंध दे उत्ते प्रचार हो चुकिया होएगा, तुसीं सुनिया भी होएगा, पर फिर भी असीं किते ना किते कोई ना कोई चलाकी कर ही जाने आ। हफ्तेवार संडे आउंदा है, आपां कईयां दे मैं नोट देखदी आ, जदों मैं संडे उत्थे चर्च ਦੇ ਵਿੱਚੋਂ ਦੇਖਦੀ ਹੁੰਦੀ ਸੀ ਕਿ ਨੋਟ ਐਦਾਂ ਮਚੋ ਕੇ ਪੂਰਾ ਨਿਚੋੜ ਕੱਢ ਦਿੰਦੇ ਸੀ, ਫੇਰ ਗੱਲੇ ਦੇ ਵਿੱਚ ਪਾਉਂਦੇ ਸੀਗੇ। ਕਈਆਂ ਦੇ ਮੈਂ ਉੱਥੇ ਸਾਫ਼, ਮੇਰੀ ਤੁਹਾਨੂੰ ਵੀ ਤੇ ਉੱਥੇ ਵੀ ਮੈਂ ਇੱਕੋ ਹੀ ਗੱਲ ਕਹਿੰਦੀ ਸੀ ਕਿ ਇਮਾਨਦਾਰੀ ਦਾ, ਮਿਹਨਤ ਦਾ ਹੀ ਕਮਾਇਆ ਹੋਇਆ ਦਸਵੰਧ ਇੱਥੇ ਆਉਣਾ ਚਾਹੀਦਾ। ਇੱਥੇ ਕਿਸੇ ਵੀ ਗਲਤ ਤਰੀਕੇ ਦਾ ਦਸਵੰਧ ਨਹੀਂ ਆਉਣਾ ਚਾਹੀਦਾ, ਕਿਉਂਕਿ ਪਾਸਟਰ ਜੀ ਦੇਖਣ ਨਾ ਦੇਖਣ, ਮੈਂ ਦੇਖਾਂ ਨਾ ਦੇਖਾਂ, ਕੋਈ ਹੋਰ ਦੇਖੇ ਨਾ ਦੇਖੇ, ਪਰ ਪਰਮੇਸ਼ਰ ਦੇਖਦਾ ਕਿ ਕਿਸ ਤਰ੍ਹਾਂ ਦਾ ਲਿਆਂਦਾ ਹੋਇਆ ਦਸਵੰਧ। ਹੁਣ ਕ੍ਰਿਸਮਸ ਦਾ ਪ੍ਰੋਗਰਾਮ ਆ ਰਿਹਾ, ਕਿੰਨਿਆਂ ਨੇ ਪ੍ਰਭੂ ਦੀ ਸੇਵਾ ਦੇ ਲਈ ਦਿੱਤਾ ਹੈ ਤੇ ਕਿੰਨਿਆਂ ਨੇ ਨਹੀਂ ਦਿੱਤਾ। ਸਾਰਿਆਂ ਨੇ ਆਪਣੀ ਮਰਜ਼ੀ ਦੇ ਨਾਲ ਦੇਣਾ, ਆਪਣੇ ਦਿਲ ਤੋਂ ਦੇਣਾ। ਇਹ ਇਕੱਲੇ ਸਾਡਾ ਪ੍ਰੋਗਰਾਮ ਜਾਂ ਪਾਸਟਰ ਜੀ ਦੇ ਸਿਰ ਤੇ ਨਹੀਂ ਹੈ, ਇਹਨਾਂ ਨੇ ਕੱਲਣ ਜਿਵੇਂ ਦਾ ਵੀ ਹੋਇਆ, ਮਾੜਾ ਚੰਗਾ ਜਿੱਦਾਂ ਦਾ ਵੀ ਹੋਇਆ ਹੋ ਜਾਣਾ, ਪਰ ਕਹਿੰਦੇ ਜਿਹੜਾ ਪ੍ਰਤੀਫਲ ਉਹ ਪਰਮੇਸ਼ਰ ਦੇ ਵੱਲੋਂ ਮਿਲਣਾ, ਕਿਸੇ ਇਨਸਾਨ ਦੇ ਵੱਲੋਂ ਨਹੀਂ ਮਿਲਣਾ। ਚਾਹੇ ਗੁਪਤ ਦੇ ਵਿੱਚ ਦਵੋ, ਚਾਹੇ ਖੁੱਲ ਕੇ ਦਵੋ, ਚਾਹੇ ਦੱਸ ਕੇ ਦਵੋ, ਚਾਹੇ ਲਿਖਾ ਕੇ ਦਵੋ, ਉਹ ਗੁਪਤ ਦੇ ਵਿੱਚ ਕੀ ਆ? ਪਰਮੇਸ਼ਰ ਪ੍ਰਤੀਫਲ ਦੇਣ ਵਾਲਾ ਪਰਮੇਸ਼ਰ ਹੈ। ਹਾਲੇਲੂਇਆ। ਕਿਸੇ ਇਨਸਾਨ ਤੋਂ ਆਪਾਂ ਨਹੀਂ ਮੰਗਣਾ, ਨਾ ਆਪਾਂ ਲੈਣਾ ਹੈ। ਪਰਮੇਸ਼ਰ ਦਾ ਦਿੱਤਾ ਉਹ ਕਦੇ ਵਾਪਸ ਨਹੀਂ ਲੈਂਦਾ। ਨਾ ਉਹਨੇ ਕੁਝ ਕਹਿਣਾ, ਨਾ ਉਹਨੇ ਤਾਨੇ ਮੇਨੇ ਮਾਰਨੇ ਤੂੰ ਦਿੱਤਾ ਨਹੀਂ, ਪਰ ਸਾਨੂੰ ਖੁਦ ਨੂੰ ਆਉਣਾ ਚਾਹੀਦਾ ਪਰਮੇਸ਼ਰ ਦਾ ਵਚਨ ਸਾਡੇ ਤੱਕ ਪਹੁੰਚਿਆ ਹੋਇਆ ਹੈ, ਇਹਨੂੰ ਅਸੀਂ ਫੋਲੋ ਕਰਨਾ ਹੈ। हालेलुया। कहते क्या मनुष्य परमेश्वर को धोखा दे सकता है? पर देखो तुम मुझको धोखा देते हो तो भी पूछते हो हमने किस बात में तुझे लूटा है? दशमांश और उठाने की भेंटों में। परमेश्वर दादा कहता दसवंध दे विच ते उठाण वालियां भेंटां दे विच।
ਦਸਵੰਧ, ਬੀਜ, ਭੇਂਟ, ਇਹ ਤਿੰਨੋਂ ਦਾ ਆਪਣਾ ਆਪਣਾ ਅਲੱਗ-ਅਲੱਗ ਕੰਮ ਆ। ਬੀਜ ਉਹ ਹੁੰਦਾ ਜਿਹੜਾ ਇੱਕ ਵਾਰੀ ਬੀਜਦਾ 6 ਮਹੀਨਿਆਂ ਬਾਅਦ ਵੱਢਣਾ। ਜਿਹੜਾ ਇੱਥੇ ਆਪਾਂ ਬੀਜ ਹੁੰਦਾ ਆ ਉਹ ਅਲੱਗ ਗੱਲ ਹੁੰਦੀ ਆ। ਦਸਵੰਧ ਅਲੱਗ ਹੁੰਦਾ। ਦਸਵੰਧ ਉਹ ਹੁੰਦਾ ਜਿਹੜਾ ਸਾਡੀ ਕਮਾਈ ਦਾ 10ਵਾਂ ਹਿੱਸਾ ਹੁੰਦਾ ਹੈ। ਭੇਂਟ ਉਹ ਹੁੰਦੀ ਆ ਜਿਹੜੇ ਆਪਣੀ ਦਿਲ ਤੋਂ ਜਿੰਨੀ ਮਰਜ਼ੀ ਸ਼ਰਧਾ ਹੋਵੇ ਉਹ ਭੇਂਟ ਹੁੰਦੀ ਹੈ। ਇਹਨਾਂ ਤਿੰਨਾਂ ਦਾ ਅਲੱਗ-ਅਲੱਗ ਕੰਮ ਆ। ਅਗਰ ਤਿੰਨੇ ਵੀ ਵੱਡੀਆਂ ਵੱਡੀਆਂ ਕਲੀਸਿਆਵਾਂ ਦੇ ਵਿੱਚ ਜਾਓਗੇ, ਪਾਸਟਰ ਬਜਿੰਦਰ ਦੇ, ਖੋਜੇਵਾਲ ਦੇ, ਇੱਥੇ ਅੰਕਲ ਨਰੂਲਾ ਦੇ, ਇਹਨਾਂ ਦੇ ਕੋਲ ਜਾਓਗੇ, ਇਹਨਾਂ ਦੇ ਤਿੰਨਾਂ ਦੇ ਬੀਜ ਵੀ ਲੈਂਦੇ, ਦਸਵੰਧ ਵੀ ਲੈਂਦੇ ਤੇ ਭੇਂਟ ਵੀ ਲੈਂਦੇ ਆ। ਅਲੱਗ-ਅਲੱਗ ਹੁੰਦੇ। ਉਹਨਾਂ ਦੀ ਬਾਲਟੀਆਂ ਵੀ ਵੱਡੀਆਂ ਵੱਡੀਆਂ ਹੁੰਦੀਆਂ ਨੇ। ਜਦੋਂ ਇੱਥੇ ਇੱਕ ਪ੍ਰੋਗਰਾਮ ਸਾਡਾ ਸਾਲ ਬਾਅਦ ਇੱਕ ਪ੍ਰੋਗਰਾਮ ਹੁੰਦਾ, ਕ੍ਰਿਸਮਸ ਦਾ ਪ੍ਰੋਗਰਾਮ, ਕਿ ਅਸੀਂ ਉਹਨੂੰ ਵੀ ਅਸੀਂ ਇੰਜੋਏ ਨਹੀਂ ਕਰ ਸਕਦੇ ਖੁੱਲ੍ਹ ਕੇ। ਵਿਆਹ ਹੁੰਦਾ, ਵਿਆਹ ਤੇ ਕਿੰਨੇ ਖਰਚੇ ਕਰ ਦਿੰਨੇ ਆਪਾਂ। ਸਾਡਾ ਸਾਲ ਬਾਅਦ ਇੱਕ ਤਿਉਹਾਰ ਆਉਂਦਾ, ਕੋਈ ਹੋਰ ਤਿਉਹਾਰ ਮਨਾਉਂਦੇ ਆਪਾਂ? ਕਿਉਂਕਿ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਸਾਡਾ ਤਿਉਹਾਰ ਸਿਰਫ ਇੱਕੋ ਹੀ ਆ, ਪਰਮੇਸ਼ਵਰ ਦਾ, ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਹੈ, ਜਿਹੜਾ ਅਸੀਂ ਉਹਨੂੰ ਸੈਲੀਬ੍ਰੇਟ ਕਰਦੇ ਹਾਂ, ਖੁਸ਼ੀ ਮਨਾਉਂਦੇ ਹਾਂ ਉਸ ਦਿਨ। ਹਾਲੇਲੂਇਆ। ਸਾਡਾ ਮੁਕਤੀ ਦਾਤਾ ਉਸ ਦਿਨ ਪੈਦਾ ਹੁੰਦਾ। 9 ਆਇਤ ਨੂੰ ਪੜਾਂਗੇ। 9। हाँ जी। तुम पर भारी शाप पड़ा है, क्योंकि तुम मुझे लूटते हो, वरन सारी जाति ऐसा ही करती है। हालेलुया। ਸਾਰੇ ਕਹਿੰਦੇ ਏਦਾਂ ਹੀ ਕਰਦੇ ਆ। ਤੁਮ ਪਰ ਭਾਰੀ ਸ਼ਾਪ ਪੜਾ ਹੈ। ਇਹ ਸ਼ਰਾਪ ਹੈ, ਕਹਿੰਦੇ ਜਿਹੜਾ ਤੁਸੀਂ ਦਸਵੰਧ ਨਹੀਂ ਦਿੰਦੇ। ਕਹਿੰਦੇ ਬਾਪ ਦਾਦਿਆਂ ਤੋਂ ਤੁਸੀਂ ਇਹ ਕਰਦੇ ਆਏ ਹੋ, ਮੇਰੀਆਂ ਵਿਧੀਆਂ ਤੋਂ ਕਹਿੰਦੇ ਮੁੱਖ ਮੋੜ ਲਿਆ ਤੁਸੀਂ। ਕਹਿੰਦੇ ਤੁਹਾਡੇ ਤੇ ਭਾਰੀ ਸ਼ਰਾਪ ਆ ਜਿਹੜਾ ਪਿਆ ਹੋਇਆ ਆ। ਤੁਮ ਮੁਝੇ, ਕਿਉਂਕਿ ਤੁਮ ਮੁਝੇ ਲੂਟਤੇ ਹੋ। ਆਪਾਂ ਪਰਮੇਸ਼ਵਰ ਨੂੰ ਲੁੱਟਦੇ ਆ, ਉਹਦੇ ਦਸਵੰਧ ਨੂੰ ਖਾ ਲੈਂਦੇ ਆ। ਅਸੀਂ ਉਹਦੇ ਜਿਹੜਾ ਹਿੱਸਾ ਬਣਦਾ ਉਹਨੂੰ ਦਿੰਦੇ ਨਹੀਂ ਆ। ਕਹਿੰਦੇ ਸਾਰੀ ਜਾਤੀ ਐਸਾ ਕਰਤੀ ਹੈ। ਸਾਰੀ ਜਾਤੀਆਂ ਕਹਿੰਦੇ ਐਸਾ ਹੀ ਕਰਦੀਆਂ, ਸਾਰੇ ਪਾਸੇ ਇਹੀ ਹਾਲ ਹੈ। ਪਰ ਵਚਨ ਕਿਉਂ ਸੁਣਾਇਆ ਜਾਂਦਾ ਹੈ? ਪਰਮੇਸ਼ਰ ਦਾ ਦਾਸ ਹੈ ਜਿਹੜਾ, ਉਹ ਇਸੇ ਕਰਕੇ ਪਰਮੇਸ਼ਰ ਨੇ ਠਹਿਰਾਇਆ ਹੋਇਆ ਤਾਂ ਜੋ ਪਰਮੇਸ਼ਰ ਦਾ ਵਚਨ ਹੈ ਜਿਹੜਾ ਦੂਜਿਆਂ ਤੱਕ ਪਹੁੰਚੇ। ਜਿੱਦਾਂ ਪੌਲਸ ਤੱਕ ਪਹੁੰਚਿਆ, ਪੌਲਸ ਤੋਂ ਸਾਡੇ ਤੱਕ ਪਹੁੰਚਿਆ। ਪਰਮੇਸ਼ਰ ਦੇ ਦਾਸ ਜਿਹੜੇ ਪ੍ਰਭੂ ਦੇ ਦਾਸ ਸੀਗੇ ਉਹਨਾਂ ਤੱਕ ਪਹੁੰਚਿਆ, ਅੱਗੇ ਉਹਨਾਂ ਤੋਂ ਸਾਡੇ ਤੱਕ ਪਹੁੰਚਿਆ। ਪਰਮੇਸ਼ਰ ਨੇ ਅੱਗੇ ਆਪਣੇ ਦਾਸਾਂ ਨੂੰ ਨਿਯੁਕਤ ਕੀਤਾ ਹੋਇਆ, ਠਹਿਰਾਇਆ ਹੋਇਆ ਤਾਂ ਜੋ ਉਹਨਾਂ ਦਾ ਜਿਹੜਾ ਵਚਨ ਆ ਉਹ ਅੱਗੇ ਲੋਕਾਂ ਅੱਗੇ ਫੈਲਾਇਆ ਜਾਵੇ। हालेलुया। 10 आयत ਨੂੰ ਪੜਾਂਗੇ। हालेलुया। सारे दशमांश मेरे भंडार में ले आओ, कि मेरे भवन में भोजन वस्तु रहे। और सेनाओं का यहोवा यह कहता है कि ऐसा करके मुझे परखो कि मैं आकाश के झरोखे तुम्हारे लिए खोलकर तुम्हारे ऊपर अपरंपार आशीष की वर्षा करता हूं कि नहीं। ਵਚਨਦਾਤਾ ਕਹਿੰਦੇ ਆਕਾਸ਼ ਦੇ ਝਰੋਖੇ, ਆਕਾਸ਼ ਦਾ ਕਿੱਡਾ ਵੱਡਾ ਆਕਾਸ਼ ਆ, ਕਿੱਡੀ ਇਹਦੀ ਵੱਡੀ ਖਿੜਕੀ ਹੋ ਜਾਣੀ ਆ। ਫਿਰ ਕਹਿੰਦੇ ਆਕਾਸ਼ ਦੇ ਝਰੋਖੇ ਖੋਲ ਕੇ ਮੈਂ ਅਪਰੰਪਾਰ ਆਸ਼ੀਸ਼ ਕਰਤਾ ਹੂੰ ਕਿ ਨਹੀਂ। ਕਹਿੰਦੇ ਉਹਨੂੰ ਪਰਖ ਕੇ ਤਾਂ ਦੇਖੋ। ਵਚਨ 'ਚ ਇੱਕ ਜਗ੍ਹਾ ਲਿਖਿਆ ਕਹਿੰਦੇ ਯਹੋਵਾ ਨੂੰ ਪਰਖਣਾ ਨਹੀਂ ਆ, ਪਰ ਇੱਥੇ ਵਚਨਦਾਤਾ ਕਹਿੰਦੇ ਪਰਖ ਕੇ ਤਾਂ ਦੇਖੋ। सारे दशमांश भंडार में ले आओ, सारे दसवंध, और मेरे भवन में भोजन वस्तु रहे। सेनाओं का यहोवा ये कहता है कि ऐसा करके मुझे परखो। ਕਹਿੰਦੇ ਐਵੇਂ ਕਰਕੇ ਮੈਨੂੰ ਪਰਖੋ। ਉਹਦਾ 10ਵਾਂ ਹਿੱਸਾ, ਉਹਦਾ ਬਣਦਾ ਹਿੱਸਾ ਜਿਹੜਾ ਪਰਮੇਸ਼ਰ ਸਾਡੇ ਘਰਾਂ ਦੇ ਵਿੱਚ ਭੋਜਨ ਵਸਤੂ ਆ, ਸਾਡੇ ਘਰਾਂ ਦੇ ਵਿੱਚ ਆਸ਼ੀਸ਼ਾਂ ਨੇ, ਸਾਰਾ ਕੁਛ ਆ, ਉਹ ਕੌਣ ਦਿੰਦਾ ਹੈ? ਕਿਹਦੇ ਵੱਲੋਂ? ਪਰਮੇਸ਼ਰ ਦੇ ਵੱਲੋਂ। ਸਾਨੂੰ ਰੋਟੀ ਖਾਣ ਲਈ ਕੌਣ ਦਿੰਦਾ? ਪਰਮੇਸ਼ਰ ਦਿੰਦਾ ਹੈ। ਸਾਨੂੰ ਕਮਾਉਣ ਦੇ ਲਈ ਸਾਨੂੰ ਬਲ ਕੌਣ ਦਿੰਦਾ ਆ? ਪਰਮੇਸ਼ਰ ਦਿੰਦਾ ਆ। ਕਹਿੰਦਾ ਉਹੀ ਬਲ ਦਿੰਦਾ ਕਿ ਅਸੀਂ ਧਨ ਕਮਾ ਸਕੀਏ। ਕੀ ਅਸੀਂ ਉਹਨੂੰ ਹੀ ਫਿਰ ਲੁੱਟੀ ਜਾਈਏ? ਪਰਮੇਸ਼ਰ ਹੀ ਸਾਨੂੰ ਬਲ ਦਿੰਦਾ, ਪਰਮੇਸ਼ਰ ਹੀ ਸਾਨੂੰ ਆਸ਼ੀਸ਼ਾਂ ਦਿੰਦਾ, ਉਹੀ ਸਾਨੂੰ ਅੱਗੇ ਵਧਾਉਣ ਦੀ ਤਾਕਤ ਰੱਖਦਾ ਆ। ਉਹ ਕੰਮ ਕਰ ਦਿੰਦਾ ਜਿਹੜੇ ਇਨਸਾਨ ਤੋਂ ਨਹੀਂ ਹੁੰਦੇ। ਅਸੰਭਵ ਨੂੰ ਸੰਭਵ ਕਰਨ 'ਚ ਤਾਕਤ ਰੱਖਦਾ ਉਹ। ਫਿਰ ਵੀ ਅਸੀਂ ਉਹਦਾ ਪਰਮੇਸ਼ਰ ਤੋਂ ਪਿੱਛੇ ਹਟਦੇ ਹਾਂ, ਫਿਰ ਵੀ ਅਸੀਂ ਪਰਮੇਸ਼ਰ ਦਾ ਬਣਦਾ ਹਿੱਸਾ ਨਹੀਂ ਦਿੰਦੇ। ਦਸਵੰਧ ਆ ਉਹ ਜਿਹੜਾ ਬਹੁਤ ਹੀ ਜ਼ਰੂਰੀ ਆ, ਕਿਉਂਕਿ ਵਚਨ ਦਾ ਅਗਰ ਦਸਵੰਧ ਨਾ ਜ਼ਰੂਰੀ ਹੁੰਦਾ ਤਾਂ ਵਚਨ ਦੇ ਵਿੱਚ ਲਿਖਿਆ ਨਾ ਜਾਂਦਾ। ਜਿਹੜੀਆਂ ਗੱਲਾਂ ਵਚਨ ਦੇ ਵਿੱਚ ਨੇ ਉਹੀ ਗੱਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ। ਮੈਂ ਵਚਨ ਤੋਂ ਬਾਹਰ ਹੋ ਕੇ ਕੁਝ ਵੀ ਨਹੀਂ ਦੱਸ ਰਹੀ, क्योंकि वचन दाता कहते ऐसा करके मुझे परखो के आकाश के झरोखे तुम्हारे लिए खोल कर
तुम्हारे ऊपर अपरंपार आशीष की वर्षा करता हूं कि नहीं। ਅਸੀਂ ਇਨਸਾਨਾਂ ਤੇ ਖਰਚੇ ਕਰੀ ਜਾਵਾਂਗੇ ਲੇਕਿਨ ਸਾਨੂੰ ਉਹਨਾਂ ਤੋਂ ਕੁਝ ਨਹੀਂ ਮਿਲਣਾ। ਫਿਰ ਵੀ ਉਹਨਾਂ ਨੇ ਤਾਨੇ ਮਿਹਣੇ ਮਾਰਨੇ ਆ, ਫਿਰ ਵੀ ਉਹਨਾਂ ਨੇ ਕਹਿਣਾ ਇਹ ਨਹੀਂ ਕੀਤਾ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ। ਪਰ ਪਰਮੇਸ਼ਰ ਦੇ ਲਈ ਅਸੀਂ ਅਗਰ ਦਿਲ ਖੋਲ ਕੇ ਕਰਾਂਗੇ ਤਾਂ ਪਰਮੇਸ਼ਰ ਨੂੰ ਦਿੱਤਾ, ਪਰਮੇਸ਼ਰ ਦੀ ਕੀਤਾ, ਪਰਮੇਸ਼ਰ ਦੇ ਲਈ ਅਸੀਂ ਕੀਤਾ ਹੋਇਆ ਸਾਡਾ ਵਿਅਰਥ ਨਹੀਂ ਜਾਏਗਾ। ਵਚਨਦਾਤਾ ਕਹਿੰਦੇ ਆਕਾਸ਼ ਦੇ ਝਰੋਖੇ ਖੋਲ ਕੇ ਅਪਰੰਪਾਰ ਕੀ ਆਸ਼ੀਸ਼ ਕਰੂੰਗਾ। ਕਦੋਂ? ਜਦੋਂ ਅਸੀਂ ਇਮਾਨਦਾਰੀ ਦੇ ਨਾਲ, ਵਫਾਦਾਰੀ ਦੇ ਨਾਲ ਉਹਦੇ ਭਵਨ ਦੇ ਵਿੱਚ ਦਸਵੰਧ ਬੀਜ ਭੇਂਟ ਲੈ ਕੇ ਆਵਾਂਗੇ। ਜਦੋਂ ਫਸਲ ਬੀਜੀ ਜਾਂਦੀ ਆ, ਉਹਦਾ ਜਦੋਂ ਵੱਢੀ ਜਾਂਦੀ ਆ, ਉਹਦਾ ਟਾਈਮ ਆਉਂਦਾ ਆ ਫਸਲ ਦਾ ਵੀ, ਕਹਿੰਦਾ ਵਚਨਦਾਤਾ ਕਹਿੰਦਾ ਉਹ ਵੀ ਮੇਰੇ ਭਵਨ ਦੇ ਵਿੱਚ ਕਹਿੰਦੇ ਭੋਜਨ ਵਸਤੂ ਲੈ ਕੇ ਆਓ ਤਾਂ ਜੋ ਮੇਰੇ ਭਵਨ ਦੇ ਵਿੱਚ ਭੋਜਨ ਵਸਤੂ ਰਹੇ। ਹਾਲੇਲੂਇਆ, ਹਾਲੇਲੂਇਆ। ਅੱਗੇ 11 ਆਇਤ ਨੂੰ ਪੜਾਂਗੇ। हालेलुया। मैं तुम्हारे लिए नाश करने वाले को ऐसा घुड़कूंगा कि वह तुम्हारी भूमि की उपज नष्ट ना करेगा और तुम्हारी दाखलताओं के फल कच्चे ना गिरेंगे। सेनाओं के यहोवा का यही वचन है। हालेलुया, हालेलुया। कहते मैं तुम्हारे लिए नाश करने वाले को ऐसा घुड़कूंगा कि तुम्हारी भूमि की उपज नष्ट ना करे। हालेलुया, हालेलुया। ਖਾਣ ਵਾਲਿਆਂ ਨੂੰ ਕਹਿੰਦੇ ਤੁਹਾਡੇ ਝਿੜਕੂਗਾ। ਖਾਣ ਵਾਲੇ ਸਾਡੇ ਕੌਣ ਨੇ? ਬਿਮਾਰੀਆਂ ਲੱਗ ਜਾਂਦੀਆਂ ਨੇ, ਪੈਸਾ ਲੱਗ ਜਾਂਦਾ ਬਾਹਰ, ਕਈ ਪ੍ਰੋਬਲਮਾਂ ਘਰ ਦੇ ਵਿੱਚ ਆ ਜਾਂਦੀਆਂ ਜਿੱਥੇ ਕਿੰਨੇ ਪੈਸੇ ਲੱਗ ਜਾਂਦੇ ਆ। ਪਰ ਪਰਮੇਸ਼ਰ ਨੂੰ ਦੇਣਾ ਅਸੀਂ ਪਸੰਦ ਨਹੀਂ ਕਰਦੇ। ਜੇ ਪਹਿਲਾਂ ਹੀ ਅਸੀਂ ਪਰਮੇਸ਼ਰ ਦੇ ਹਿੱਸਾ ਜਿਹੜਾ ਬਣਦਾ ਉਹਨੂੰ ਦਈਏ ਤਾਂ ਸਾਨੂੰ ਪਰਮੇਸ਼ਰ ਦਾ ਵਚਨ ਦਾ ਕਹਿੰਦੇ ਤੁਹਾਡੇ ਖਾਣ ਵਾਲਿਆਂ ਨੂੰ ਕੀ ਕਰੂੰਗਾ? ਸਾਡਾ ਗਲਤ ਵਿਅਰਥ ਪੈਸਾ ਨਹੀਂ ਜਾਏਗਾ। ਸਾਡਾ ਪੈਸਾ ਹੈ ਜਿਹੜਾ ਗਲਤ ਪਾਸੇ ਨਹੀਂ ਜਾਏਗਾ। ਪਹਿਲੀ ਉਪਜ ਕੌਣ ਆ? ਬੱਚਿਆਂ ਦੀ ਆਸ਼ੀਸ਼ ਕੌਣ ਦਿੰਦਾ ਹੈ? ਪਰਮੇਸ਼ਰ ਦਿੰਦਾ ਹੈ। ਜਿਹੜੇ ਪਰਿਵਾਰਾਂ ਦੇ ਉੱਤੇ ਪੈਸੇ ਲੱਗਦੇ ਆ, ਬਿਮਾਰ ਹੋ ਜਾਂਦੇ, ਹਸਪੀਟਲਾਂ ਦੇ ਉੱਤੇ ਪੈਸੇ ਲੱਗਦੇ ਆ, ਉਹ ਵੀ ਕੌਣ? ਸ਼ੈਤਾਨ ਆ ਜਿਹੜਾ ਸਾਡਾ ਪੈਸਾ ਚੁਰਾਉਂਦਾ ਹੈ, ਜਿਹੜਾ ਪੈਸਾ ਸਾਡਾ ਗਲਤ ਪਾਸੇ ਲੱਗਦਾ ਹੈ, ਸ਼ੈਤਾਨ ਦੀ ਚਾਲ ਆ। ਜੇ ਪਰਮੇਸ਼ਰ ਦਾ ਵਚਨ ਦਾ ਕਹਿੰਦਾ ਮੈਂ ਤੁਹਾਡੇ ਖਾਣ ਵਾਲਿਆਂ ਨੂੰ ਝਿੜਕੂੰਗਾ। ਪੈਸਾ ਕਦੇ ਨਹੀਂ ਵਿਅਰਥ ਲੱਗੇਗਾ ਜੇ ਆਪਾਂ ਪਰਮੇਸ਼ਰ ਦੇ ਨਾਲ ਵਫਾਦਾਰ ਰਵਾਂਗੇ। ਹਾਲੇਲੂਇਆ, ਹਾਲੇਲੂਇਆ। ਦੂਜੇ ਪਾਸੇ ਅਸੀਂ ਪੈਸਾ ਦੇਣਾ, ਜਿੰਨਾ ਡਾਕਟਰ ਕਹਿ ਦੇਵੇ ਮਾੜਾ ਜਿਹਾ ਟੈਸਟ ਹੋਵੇ ਇੰਨੇ ਦੇ ਇੰਨੇ ਹਜ਼ਾਰਾਂ ਰੁਪਏ ਕੱਢ ਕੇ ਰੱਖ ਦਿੰਦੇ ਆ ਸਾਹਮਣੇ। ਉੱਥੇ ਦੇਣਾ ਸੌਖਾ ਹੈ ਪਰ ਆਪਣੀ ਸ਼ਰਧਾ ਦੇ ਨਾਲ ਆਪਣੇ ਦਿਲ ਤੋਂ ਪਰਮੇਸ਼ਰ ਨੂੰ ਦੇਣਾ, ਉਹਦੇ ਆਫਰਿੰਗ ਦੇਣਾ ਉਹਨੂੰ ਪਸੰਦ ਨਹੀਂ ਕਰਦੇ ਆਪਾਂ। ਜਦੋਂ ਪਾਸਟਰ ਜੀ ਨੇ ਕਹਿਣਾ ਉਦੋਂ ਹੀ ਦੇਣਾ। ਕਿੰਨੇ ਐਤਵਾਰਾਂ ਤੋਂ ਇਸੇ ਗੱਲ ਤੇ ਹੋਈ ਜਾ ਰਿਹਾ ਕਿ ਕ੍ਰਿਸਮਸ ਆ ਰਿਹਾ, ਉਹਦੇ ਲਈ ਤਿਆਰੀਆਂ, ਉਹਦੇ ਲਈ ਦਸਵੰਧ, ਉਹਦੇ ਲਈ ਜਿੰਨਾ ਵੀ ਬੀਜ ਹੈ ਬੀਜਣਾ ਹੈ। ਇਹ ਤੁਸੀਂ ਇਹ ਨਹੀਂ ਕਹਿਣਾ ਕਿ ਪਾਸਟਰ ਜੀ ਨੂੰ ਦਿਖਾਉਣਾ ਹੈ ਕਿ ਕਿਸੇ ਨੂੰ ਦਿਖਾਉਣ ਲਈ ਕਿ ਮੈਂ ਇੰਨਾ ਦੇ ਰਿਹਾ ਇੰਨਾ ਦੇ ਰਿਹਾ। ਅਗਰ ਕੁਝ ਵੀ ਹੈ ਤੁਹਾਡੇ ਦਿਲ ਦੇ ਵਿੱਚ ਵੀ ਇੰਨਾ ਮੇਰਾ ਦਸਵੰਧ ਹੈ, ਇੰਨਾ ਮੇਰਾ ਬੀਜ ਹੈ, ਇੰਨਾ ਮੇਰੇ ਭੇਟ ਹੈ, ਉਹ ਪਰਮੇਸ਼ਰ ਜਾਣਦਾ ਹੈ। ਉਹਦਾ ਫਲ ਤੁਹਾਨੂੰ ਅੱਜ ਨਹੀਂ ਕੱਲ ਨੂੰ ਮਿਲ ਹੀ ਜਾਣਾ ਹੈ। ਇਹ ਨਹੀਂ ਹੋ ਸਕਦਾ ਕਿ ਪਰਮੇਸ਼ਰ ਨੂੰ ਦਿੱਤਾ ਤੁਹਾਡਾ ਵਿਅਰਥ ਜਾਏਗਾ। ਜੇ ਦੂਜੇ ਪਾਸੇ ਤੁਸੀਂ ਪੈਸਾ ਬਚਾਉਣਾ ਹੈ ਤਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲਿਆਉਣਾ ਤੁਹਾਨੂੰ ਸੌਖਾ ਲੱਗਦਾ ਕਿ ਦੂਜੇ ਪਾਸੇ ਉਜਾੜਨਾ ਪੈਸਾ ਸੌਖਾ ਲੱਗਦਾ? ਪਰਮੇਸ਼ਰ ਦੀ ਹਜ਼ੂਰੀ ਵਿੱਚ ਲਿਆਉਣਾ ਸੌਖਾ ਹੈ ਕਿਉਂਕਿ ਪਰਮੇਸ਼ਰ ਨੇ ਫਿਰ ਵੀ ਲੈ ਹੀ ਲੈਣਾ ਹੈ ਜੇ ਨਹੀਂ ਦਵਾਂਗੇ। हालेलुया। मैं तुम्हारे लिए नाश करने वाले को नाश करने, बीमारियां की करदे नाश करना होंदियां ने, शैतान की करना होंदा नाश करना होंदा है। कई तरह दी प्रॉब्लम्स आ जांदियां ने घरां दे विच, कलियां बीमारियां नहीं, झगड़े रगड़े केस, कई तरह दी परेशानियां, कई वड्डियां वड्डियां बीमारियां लग जांदियां ने जिथे पैसा खराब जांदा, बेकार जांदा। चंगाई परमेश्वर की वड्डियां वड्डियां बीमारियां नूं परमेश्वर ने चंगा नहीं कीता। वड्डियां वड्डियां बीमारियां परमेश्वर चंगा करना जानदा है। हालेलुया। परमेश्वर दे लई कोई भी काम औखा नहीं है। जो डॉक्टरां तो नहीं हो सकता वो परमेश्वर तो हो सकता है। हालेलुया। 12 आयत में पढ़ेंगे। तब सारी जातियां तुमको धन्य कहेंगी, क्योंकि तुम्हारा देश मनोहर देश होगा। सेनाओं के यहोवा का यही वचन है। हालेलुया। हालेलुया। जे ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰ ਰਵਾਂਗੇ, ਇਮਾਨਦਾਰ ਰਵਾਂਗੇ, ਉਹਦੇ ਦਸਵੰਧ ਬੀਜ ਭੇਂਟ ਦੇ ਵਿੱਚ ਅਸੀਂ ਵਫਾਦਾਰੀ ਨਾਲ ਉਹਦੀ ਹਜ਼ੂਰੀ ਦੇ ਵਿੱਚ ਲੈ ਕੇ ਆਵਾਂਗੇ, ਤਾਂ ਵਚਨ ਕੀ ਦੱਸਦਾ? ਕਹਿੰਦੇ ਤਬ ਸਾਰੀ ਜਾਤੀਆਂ ਤੁਮਕੋ ਧन्य ਕਹੇਂਗੀ। ਕਹਾਉਣਾ ਚਾਹੁੰਦੇ ਆਪਣੇ ਆਪ ਨੂੰ ਧੰਨ।
ਫਿਰ ਕਹਿਣਗੇ ਕਿ ਅਸੀਂ ਹਾਂ ਪਰਮੇਸ਼ਰ ਦੇ ਬੇਟੇ ਬੇਟੀਆਂ ਹਾਂ, ਫਿਰ ਕਹਿਣਗੇ ਕਿ ਹਾਂ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰ ਹਾਂ। हालेलुया। तब सारी जातियां तुमको धन्य कहेंगी, क्योंकि तुम्हारा देश मनोहर देश होगा। सेनाओं के यहोवा का यही वचन है। फिर सानू किसी भी गल दा घाटा नहीं होवेगा, फिर सानू किसी भी चीज़ की कमी नहीं होवेगी। कदों? जदों परमेश्वर दे नाल असीं वफादार रवांगे। कल्ले पास्टर जी दे उत्ते जिम्मेदारी ना सिर्फ सारिਆਂ ने रल मिल के ਜਿਹੜਾ क्रिसमस ਦਾ प्रोग्राम आ ਉਹ ਸਾਰਿਆਂ ਨੇ ਮਿਲ ਕੇ ਕਰਨਾ ਹੈ, क्योंकि ਅਸੀਂ ਸਾਰੇ ਉਹਦੇ ਵਿੱਚ ਹਿੱਸੇਦਾਰ ਹਾਂ। ਇੱਥੇ ਆ ਕੇ ਤੁਸੀਂ ਵੀ ਬੈਠਦੇ ਹੋ, ਸੁਣਦੇ ਹੋ, ਸਭ ਕੁਝ ਸਾਡਾ ਵਚਨ ਦਾ ਇੱਕ ਮੈਂ ਇੱਕ ਵਚਨ ਦੇ ਨਾਲ ਤੁਹਾਨੂੰ ਮੈਂ ਸਮਾਪਤੀ ਕਰਨਾ ਚਾਹੁੰਦੀ ਹਾਂ। 2 ਕੁਰਿੰਥੀਆਂ 12 ਅਧਿਆਏ एक मिनट, पहला कुरिन्थियां, हाँ जी हाँ, पहला कुरिन्थियां 12 अध्याय उसकी 27 आयत में पढ़ांगे। हाँ जी। हालेलुया। इसी प्रकार तुम सब मिलकर मसीह की देह हो और अलग अलग उसके अंग हो। हालेलुया हालेलुया हालेलुया। हालेलुया। कहना इसी प्रकार तुम सब मिलकर मसीह की देह हो। ਇਹ ਸਾਡੀ ਇੱਕ ਦੇਹ ਆ, ਸਰੀਰ ਆ ਜਿਹੜਾ ਸਾਡਾ ਇੱਕ ਦੇਹ ਆ। ਅਸੀਂ ਜਿਹੜੀ ਕਲੀਸਿਆ ਇੱਥੇ ਚਰਚ ਆ ਸਾਰੀ ਕੀ ਆ? ਇੱਕ ਦੇਹ ਆ। इसी प्रकार तुम सब मिलकर मसीह की देह हो। ਅਸੀਂ ਸਾਰੇ ਮਿਲकर ਕੀ ਆ? ਪ੍ਰਭੂ ਯਿਸੂ ਮਸੀਹ ਦੀ ਦੇਹ ਆ। ਕਹਿੰਦੇ ਔਰ ਅਲੱਗ-ਅਲੱਗ ਉਸਕੇ ਅੰਗ ਹੈ। ਸਾਡੇ ਸਰੀਰ ਦੇ ਅਲੱਗ-ਅਲੱਗ ਅੰਗ ਨੇ, ਹਰ ਸਾਰੇ ਅੰਗਾਂ ਦਾ ਅਲੱਗ-ਅਲੱਗ ਕੰਮ ਆ। ਹਾਲੇਲੂਇਆ। ਤੇ ਸਾਡੀ ਕਲੀਸਿਆ ਦੇ ਵਿੱਚ ਕਿੰਨੇ ਜਣੇ ਆ? ਅਸੀਂ ਦੇਹ, ਸਾਨੂੰ ਪਰਮੇਸ਼ਰ ਨੇ ਦੇਹ ਦੱਸਿਆ ਹੋਇਆ ਕਿ ਕਲੀਸਿਆ ਜਿਹੜੀ ਮਸੀਹ ਦੀ ਦੇਹ ਆ, ਤੇ ਤੁਹਾਡੇ ਵੀ ਸਾਰਿਆਂ ਦੇ ਅਲੱਗ-ਅਲੱਗ ਕੰਮ ਨੇ। ਸਿਰਫ ਸੁਣਨਾ ਹੀ ਨਹੀਂ ਆ ਕੰਮ, ਸੁਣਨਾ ਵੀ ਪਰਮੇਸ਼ਰ ਦੇ ਵੱਲੋਂ ਆ, ਪਰ ਹਰੇਕ ਨੂੰ ਅਲੱਗ-ਅਲੱਗ ਕੰਮ ਸੌਂਪਿਆ ਜਾਂਦਾ। ਹਾਲੇਲੂਇਆ। ਸਾਡੇ ਸਰੀਰ ਦੇ ਅੰਗਾਂ ਦਾ ਸਭ ਦਾ ਅਲੱਗ-ਅਲੱਗ ਕੰਮ ਆ। ਇੱਕੋ ਅੰਗ ਦਾ ਇੱਕੋ ਹੀ ਕੰਮ ਹੈਗਾ ਸਾਰਿਆਂ ਦਾ। ਅੱਖ ਆ ਜਿਹੜੀ ਉਹ ਸੁੰਘ ਨਹੀਂ ਸਕਦੀ, ਨੱਕ ਆ ਜਿਹੜੀ ਉਹ ਦੇਖ ਨਹੀਂ ਸਕਦੀ, ਕੰਨ ਨੇ ਜਿਹੜੇ ਉਹ ਤੁਰ ਨਹੀਂ ਸਕਦੇ, ਪੈਰ ਨੇ ਜਿਹੜੇ ਉਹ ਸੁਣ ਨਹੀਂ ਸਕਦੇ। ਸਾਰੇ ਅੰਗਾਂ ਦਾ ਅਲੱਗ-ਅਲੱਗ ਕੰਮ ਆ। ਉਸੇ ਤਰ੍ਹਾਂ ਕਲੀਸਿਆ ਵੀ ਇੱਕ ਦੇਹ ਆ, ਸਾਰਿਆਂ ਦਾ ਅਲੱਗ-ਅਲੱਗ ਕੰਮ ਆ। ਇਹਦੀ ਅਗਲੀ ਆਇਤ ਨੂੰ ਪੜਾਂਗੇ। हाँ जी। और परमेश्वर ने कलीसिया में अलग अलग व्यक्ति नियुक्त किए हैं। प्रथम प्रेरित, दूसरे भविष्यद्वक्ता, तीसरे शिक्षक, फिर सामर्थ के काम करने वाले, फिर चंगा करने वाले और उपकार करने वाले और प्रबंध करने वाले और नाना प्रकार की भाषा बोलने वाले। सारे दे अलग-अलग काम दसे गए आ। कहंदे हर एक दा अलग-अलग काम है। ਤੁਸੀਂ ਵੀ ਆਪਣੀ ਡਿਊਟੀ ਨੂੰ ਸਮਝੋ, ਪਰ ਪ੍ਰਭੂ ਦੇ ਦਾਸ ਦੇ ਨਾਲ ਮਿਲ ਕੇ ਇਹਨਾਂ ਦੇ ਨਾਲ ਸਾਥ ਦਿਵੋ। ਸਾਰਿਆਂ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਕਰਨਾ। ਇੱਕ ਬੰਦੇ ਦੇ ਉੱਤੇ ਜ਼ਿੰਮੇਵਾਰੀ ਨਹੀਂ ਪੈਣੀ ਚਾਹੀਦੀ, ਕਿਉਂਕਿ ਆਪਾਂ ਸਾਰੇ ਇਸ ਕੰਮ ਦੇ ਵਿੱਚ ਹਿੱਸੇਦਾਰ ਆ। ਇਕੱਲੇ ਪਾਸਟਰ ਜੀ ਮਸੀਹ ਦੇ ਵਿੱਚ ਨਹੀਂ, ਆਪਾਂ ਸਾਰੇ ਮਸੀਹ ਦੇ ਵਿੱਚ ਆ। ਅਸੀਂ ਸਾਰੇ ਪ੍ਰਭੂ ਤੋਂ ਆਸ਼ੀਸ਼ ਲੈਣਾ ਚਾਹੁੰਦੇ ਆ। ਸਾਰੇ ਮਿਲ ਕੇ ਇਸ ਕੰਮ ਦੇ ਵਿੱਚ ਆਪਾਂ ਸਾਥ ਦੇਵਾਂਗੇ, ਅੱਗੇ ਵਧਾਂਗੇ। ਜਿਵੇਂ ਉਹ ਕਹਿੰਦੇ ਨੇ ਉਹਨਾਂ ਨੇ ਗੱਲਾਂ ਨੂੰ ਫੋਲੋ ਕਰਨਾ ਆ। ਇੱਕ ਸੰਡੇ ਨੂੰ ਹੁੰਦਾ 2-3 ਘੰਟੇ, ਉਹਦੇ ਵਿੱਚ ਇਹ ਨਾ ਸੋਚੋ ਕਿ ਉਹਦੇ ਵਿੱਚ ਜਾ ਕੇ ਅਸੀਂ ਸਫਾਈ ਕਰਾਂਗੇ, ਉਹਦੇ ਵਿੱਚ ਜਾ ਕੇ ਕੰਮ ਕਰਾਂਗੇ। ਬਾਕੀ ਦਿਨਾਂ ਦੇ ਵਿੱਚ ਵੀ ਆ ਕੇ ਆਪਾਂ ਸਾਰੇ ਕੰਮ ਕਰ ਸਕਦੇ ਹਾਂ। ਹਾਲੇਲੂਇਆ। ਸੰਡੇ ਦੇ ਦਿਨ 2-3 ਜਿਹੜੇ ਘੰਟੇ ਹੁੰਦੇ ਆ, ਉਹਦੇ ਵਿੱਚ ਸਿਰਫ ਪਰਮੇਸ਼ਰ ਦਾ ਵਚਨ ਜ਼ਿਆਦਾ ਜ਼ਰੂਰੀ ਆ। ਆਤਮਿਕ ਖੁਰਾਕ ਹੈ ਜਿਹੜੀ ਉਹ ਜ਼ਿਆਦਾ ਜ਼ਰੂਰੀ ਆ। ਜੇ ਤੁਸੀਂ ਉੱਠ ਕੇ ਹੋਰ ਕੰਮਾਂ ਨੂੰ ਲੱਗ ਗਏ, ਇਹ ਆਤਮਿਕ ਖੁਰਾਕ ਹੈ ਜਿਹੜੀ ਅੱਜ ਮਿਲੀ ਆ, ਉਹ ਅਗਲੇ ਸੰਡੇ ਸ਼ਾਇਦ ਮਿਲੇ ਨਾ ਮਿਲੇ, ਕਦੇ ਮਿਲੇ ਨਾ ਮਿਲੇ। ਸਰੀਰ ਦੀ ਚਿੰਤਾ ਛੱਡ ਦਿਓ, ਸਰੀਰ ਦੀ ਚਿੰਤਾ ਪਰਮੇਸ਼ਰ ਆਪੇ ਕਰੇਗਾ। ਜਿਹੜਾ ਮੇਨ ਗੱਲ ਆ ਵਚਨ ਨੂੰ ਅੰਦਰ ਲੈਣਾ, ਇਹ ਸਾਡੇ ਲਈ ਜ਼ਰੂਰੀ ਆ। ਹਾਲੇਲੂਇਆ। ਸੋ ਸਾਰਿਆਂ ਨੂੰ ਪਰਮੇਸ਼ਰ ਦਾ ਜਿਹੜਾ ਕੰਮ ਆ ਆਪਾਂ ਉਹਨੂੰ ਇੰਜੋਏ ਕਰਨਾ, ਖੁਸ਼ੀ ਦੇ ਨਾਲ ਕਰਨਾ ਹੈ। ਖੁਸ਼ੀ ਦੇ ਨਾਲ ਉਹਦੇ ਹਜ਼ੂਰੀ ਦੇ ਵਿੱਚ ਬੀਜ ਦਸਵੰਧ ਭੇਂਟ ਹੈ ਜਿਹੜਾ ਇਮਾਨਦਾਰੀ ਔਰ ਵਫਾਦਾਰੀ ਦੇ ਨਾਲ ਆ ਕੇ ਉਹਦੇ ਹਜ਼ੂਰੀ ਦੇ ਵਿੱਚ ਚੜਾਉਣਾ ਆ, ਔਰ ਪਵਿੱਤਰਤਾਈ ਦੇ ਨਾਲ। ਔਰ ਸਭ ਕੁਝ ਜੋ ਵੀ ਹੋਏਗਾ ਉਹ ਪਵਿੱਤਰਤਾਈ ਦੇ ਵਿੱਚ ਹੋਏਗਾ। ਹਾਲੇਲੂਇਆ। ਪਰਮੇਸ਼ਰ ਇਸ ਵਚਨ ਦੇ ਨਾਲ ਤੁਹਾਨੂੰ ਬਹੁਤਾਇਤ ਦੇ ਨਾਲ ਬਰਕਤ ਦੇਵੇ। ਆਮੀਨ।